हेलो बेटा बटे कल ਆਪਾਂ डिस्कस ਕੀਤੀ ਸੀ ਸ਼ੁਰੂ ਕੀਤੀ ਸੀ ਵੈਲੈਂਸ ਬੌਂਡ ਥਿਊਰੀ VBT ਜਿਹਨੂੰ ਆਪਾਂ ਕਹਿੰਦੇ ਹਾਂ, ਜਿਹਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਕਿ ਜਦੋਂ ਐਟਮਸ ਆ ਜਿਹੜੀਆਂ ਕਲੋਜ਼ ਆਉਂਦੀਆਂ ਤਾਂ ਉਹਨਾਂ ਦੇ ਵਿੱਚ ਨਵੀਂ ਤਰ੍ਹਾਂ ਦੀਆਂ ਫੋਰਸਿਸ ਆਫ ਇੰਟਰੈਕਸ਼ਨ ਹੈ ਜਿਹੜੀਆਂ ਉਹ ਕ੍ਰੀਏਟ ਹੋ ਜਾਂਦੀਆਂ, ਉਹ ਅਟਰੈਕਟਿਵ ਵੀ ਹੋ ਸਕਦੀਆਂ, ਰਿਪਲਸਿਵ ਵੀ ਹੋ ਸਕਦੀਆਂ। ठीक है, ਤਾਂ ਜਿਨ੍ਹਾਂ ਦਾ ਮੈਗਨੀਟਿਊਡ ਜ਼ਿਆਦਾ ਹੁੰਦਾ ਤਾਂ ਉਹਦੇ ਅਕੋਰਡਿੰਗ ਹੈ ਜਿਹੜਾ ਉਹ ਮੋਲੀਕਿਊਲ ਬਣਦਾ। ਜੇ ਤਾਂ ਅਟਰੈਕਟਿਵ ਫੋਰਸਿਸ ਜ਼ਿਆਦਾ ਐਟਮ ਦੇ ਵਿੱਚ ਉਹ ਉਹਨੂੰ ਫੇਵਰ ਕਰਦੀਆਂ ਤਾਂ ਮੋਲੀਕਿਊਲ ਬਣ ਜਾਂਦਾ। ਜੇ ਰਿਪਲਸਿਵ ਫੋਰਸਿਸ ਜ਼ਿਆਦਾ ਹੋਣਗੀਆਂ ਤਾਂ ਉਹ ਜਿਹੜਾ ਹੈਗਾ ਉਹਨਾਂ ਨੂੰ ਅਪੋਜ਼ ਕਰਦਾ ਤਾਂ ਮੋਲੀਕਿਊਲ ਨਹੀਂ ਬਣੇਗਾ। ਠੀਕ ਹੈ, ਉਹ ਉਹਨਾਂ ਨੂੰ ਇੱਕ ਦੂਜੇ ਤੋਂ ਅਪਾਰਟ ਕਰਦੀਆਂ ਤੇ ਜਿਹੜੀਆਂ ਅਟਰੈਕਟਿਵ ਫੋਰਸਿਸ ਹੈ ਉਹ ਇੱਕ ਦੂਜੇ ਨੂੰ ਕਲੋਜ਼ ਲੈ ਕੇ ਆਉਂਦੀਆਂ ਤਾਂ ਮੋਲੀਕਿਊਲ ਬਣ ਜਾਏਗਾ। ਠੀਕ ਹੈ, ਇੱਕ ਨਾ ਜਿਹੜਾ ਵੈਸਪਰ ਥਿਊਰੀ ਦੇ ਜਾਂ VSEPR ਥਿਊਰੀ ਦੇ ਨਾਲ ਰਿਲੇਟਡ ਆਪਾਂ ਇੱਕ ਟੇਬਲ ਸੀਗਾ ਬੇਟੇ, ਉਹ ਤੁਹਾਨੂੰ ਨਾ ਕੱਲ ਮੈਨੂੰ ਭੁੱਲ ਗਿਆ, ਉਹ ਤੁਸੀਂ ਇੱਕ ਵਾਰੀ ਇਹਦੇ ਵਿੱਚ ਨੋਟ ਕਰ ਲਓ, ਉਹ ਵੀ ਤੁਸੀਂ ਬਣਾ ਲੈਣਾ, ਉਹਦੇ ਲਈ ਤੁਹਾਨੂੰ ਈਜ਼ੀ ਰਹੇਗਾ ਉਹਨਾਂ ਦੀਆਂ ਜਿਓਮੈਟਰੀਜ਼ ਯਾਦ ਕਰਨੀਆਂ। ਠੀਕ ਹੈ, ਜਿਵੇਂ ਆਪਾਂ ਟੋਟਲ ਪੇਅਰਸ ਲੈ ਲਈ, ਟੋਟਲ ਪੇਅਰਸ ਕਿੰਨੇ ਆਪਣੇ ਕੋਲੇ ਬੇਟੇ 3। ਜੇ ਟੋਟਲ ਪੇਅਰ 3 ਹੈ ਤਾਂ ਆਪਾਂ ਰੈਗੂਲਰ ਤੇ ਇਰੈਗੂਲਰ ਜਿਓਮੈਟਰੀ ਦੋਨੋਂ ਇਕੱਠੇ ਦੱਸਦੇ ਹਾਂ। ਜੇ 3 ਪੇਅਰ ਹੈ ਤਾਂ ਸਾਨੂੰ ਪਤਾ ਹੈ ਕਿ ਉਹਦੀ ਰੈਗੂਲਰ ਜਿਓਮੈਟਰੀ ਟ੍ਰਿਗੋਨਲ ਪਲੈਨਰ ਹੋਣੀ ਚਾਹੀਦੀ ਹੈ। ਠੀਕ ਹੈ, ਐਗਜ਼ਾਮਪਲ BEF3 ਹੈ। ਤਾਂ ਜੇ ਉਹਦੇ ਵਿੱਚ ਇੱਕ ਲੋਨ ਪੇਅਰ ਆ ਗਿਆ ਤਾਂ ਉਹ ਕੀ ਬਣ ਜਾਏਗੀ, ਬੈਂਟ ਸ਼ੇਪ ਆ ਜਾਏਗੀ। ਤਾਂ AB2E ਲਿਖ ਦਾਂਗੇ ਆਪਾਂ, ਇੱਕ ਲੋਨ ਪੇਅਰ ਮਤਲਬ 3 ਦੇ ਵਿੱਚ ਤਿੰਨੋਂ ਹੀ ਬੌਂਡ ਪੇਅਰ ਹੈ ਤੇ ਇੱਕ ਲੋਨ ਪੇਅਰ ਆ ਗਿਆ। ਨਾਲ ਦੋਨੋਂ ਜਿਹੜੀਆਂ ਹੈਗੀਆਂ ਐਗਜ਼ਾਮਪਲਸ ਕਰੋ ਤਾਂ ਯਾਦ ਰੱਖਣਾ ਤੁਹਾਨੂੰ ਈਜ਼ੀ ਹੋਏਗਾ। ਠੀਕ ਹੈ, ਦੂਜਾ ਆਪਾਂ ਹੁਣ ਲੈ ਕੇ ਲਿਆ 4 ਪੇਅਰਸ, ਟੋਟਲ ਪੇਅਰ ਕਿੰਨੇ ਆ 4 ਹੀ ਬੌਂਡਡ ਹੈ ਤਾਂ AB4 ਹੋ ਗਿਆ। ਐਗਜ਼ਾਮਪਲ CH4 ਹੈ, ਟੈਟਰਾਹਾਈਡਰਲ 4 ਮੈਂ ਲੈ ਕੇ ਆ ਸੀ ਕਿ 4 ਲਈ ਹਮੇਸ਼ਾ ਟੈਟਰਾਹਾਈਡਰਲ ਹੋਏਗਾ। ਉਹਦੇ ਵਿੱਚੋਂ ਜੇ ਇੱਕ ਲੋਨ ਪੇਅਰ ਆ ਗਿਆ ਤਾਂ ਕੀ ਰਹਿ ਗਿਆ, ਇਹ ਪਿਰਾਮਿਡਲ ਸ਼ੇਪ ਬਣ ਗਈ। ਜੇ 2 ਲੋਨ ਪੇਅਰ ਬਣ ਗਏ ਤਾਂ ਬੈਂਟ ਸ਼ੇਪ ਬਣ ਗਈ। ਇਹ AB3E ਆ ਗਿਆ। ਟੋਟਲ ਪੇਅਰ 4 ਹੀ ਰੱਖਣੇ ਆ, ਇਹ ਚਾਰੋਂ ਹੀ ਬੌਂਡ ਪੇਅਰ ਸੀ, ਇਹ 3 ਬੌਂਡ ਪੇਅਰ ਹੋ ਗਏ, ਇੱਕ ਲੋਨ ਪੇਅਰ ਹੋ ਗਿਆ ਤੇ NH3 ਇਹਦੀ ਐਗਜ਼ਾਮਪਲ ਆ ਗਈ। ਹੁਣ AB2E2 ਹੋ ਗਿਆ, 2 ਲੋਨ ਪੇਅਰ 2 ਬੌਂਡ ਪੇਅਰ, 2 ਲੋਨ ਪੇਅਰ 2 ਬੌਂਡ ਪੇਅਰ ਤਾਂ H2O ਇਹਦੀ ਐਗਜ਼ਾਮਪਲ ਹੋ ਗਈ। ਠੀਕ ਹੈ, 4 ਪੇਅਰਸ, ਪਹਿਲਾਂ ਚਾਰੋਂ ਬੌਂਡ ਪੇਅਰ, ਫਿਰ ਇੱਕ ਲੋਨ ਪੇਅਰ, ਫਿਰ 2 ਲੋਨ ਪੇਅਰ। ਤੁਹਾਨੂੰ ਇਹਨਾਂ ਨੂੰ ਯਾਦ ਰੱਖਣਾ ਸੌਖਾ ਰਹੇਗਾ ਕਿ ਸ਼ੇਪਸ ਕੀ ਬਣਨਗੀਆਂ। ਜੇ 5 ਪੇਅਰ ਹੈ ਬੇਟੇ, 5 ਪੇਅਰ ਦੇ ਨਾਲ AB5 ਪੰਜੋ ਹੀ ਬੌਂਡ ਪੇਅਰ ਹੈ ਤਾਂ ਸ਼ੇਪ ਕੀ ਹੋਏਗੀ, ਟ੍ਰਿਗੋਨਲ ਪਲੈਨਰ ਹੋਏਗੀ। ਸਾਨੂੰ ਪਤਾ ਹੈ ਟ੍ਰਾਇੰਗਲ ਵਿਚਾਲੇ ਇੱਕ ਅਬਵ ਦਾ ਪਲੇਨ, ਇੱਕ ਬਿਲੋ ਦਾ ਪਲੇਨ, ਤਾਂ ਇਹ ਟ੍ਰਿਗੋਨਲ ਬਾਈਪਿਰਾਮਿਡਲ ਹੋ ਗਈ। ਜੇ ਪੰਜੋ ਹੀ ਬੌਂਡ ਪੇਅਰ ਹੈ, ਫਿਰ ਇੱਕ ਲੋਨ ਪੇਅਰ ਹੋ ਗਿਆ ਤਾਂ ਸ਼ੇਪ ਕੀ ਬਣ ਗਈ, ਸੀਸੌ। ਐਗਜ਼ਾਮਪਲ ਕੀ ਹੈ, SF6। ਫਿਰ 2 ਲੋਨ ਪੇਅਰ ਹੋ ਗਏ, 3 ਬੌਂਡ ਪੇਅਰ ਹੋ ਗਏ। ਠੀਕ ਹੈ, 3 ਬੌਂਡ ਪੇਅਰ 2 ਲੋਨ ਪੇਅਰ ਤਾਂ CLF3 ਇਹਦੀ ਐਗਜ਼ਾਮਪਲ ਹੈ ਤਾਂ ਸ਼ੇਪ ਕੀ ਬਣ ਗਈ, T ਸ਼ੇਪ। ਮਤਲਬ ਪੇਅਰ ਟੋਟਲ 5, ਪੰਜੋ ਹੀ ਬੌਂਡ ਪੇਅਰ ਤਾਂ ਰੈਗੂਲਰ ਸ਼ੇਪ। ਜੇ ਲੋਨ ਪੇਅਰ ਆ ਗਏ ਤਾਂ ਇਰੈਗੂਲਰ ਸ਼ੇਪ, ਪਹਿਲਾਂ ਇੱਕ ਲੋਨ ਪੇਅਰ ਆ ਗਏ ਫਿਰ 2 ਲੋਨ ਪੇਅਰ ਆ ਗਏ। ਯਾਦ ਰੱਖਣਾ ਈਜ਼ੀ ਹੋਏਗਾ, ਪਹਿਲਾਂ 3 ਨਾਲ ਕੀਤਾ ਫਿਰ 4 ਨਾਲ ਕੀਤਾ, ਹੁਣ ਆਪਾਂ 5 ਨਾਲ ਕਰਦੇ ਹਾਂ। ਠੀਕ ਹੈ, ਹੁਣ ਆਪਾਂ ਐਗਜ਼ਾਮਪਲ ਲਈਏ ਬੇਟੇ, ਜੇ 6 ਲੈ ਲਈਏ ਆਪਾਂ 6 ਪੇਅਰ ਹੋਣਗੇ, ਟੋਟਲ ਪੇਅਰ 6। ਜੇ 6 ਦੇ 6 ਕੀ ਹੈ, ਬੌਂਡ ਪੇਅਰ ਤਾਂ ਕੀ ਹੋਏਗੀ, ਔਕਟਾਹੈਡਰਲ। ਜਿਓਮੈਟਰੀ ਕੀ ਹੋਏਗੀ, ਔਕਟਾਹੈਡਰਲ। ਜੇ ਇੱਕ ਲੋਨ ਪੇਅਰ ਆ ਗਿਆ ਤਾਂ ਸਕੁਅਰ ਪਿਰਾਮਿਡਲ। ਠੀਕ ਹੈ, ਸਕੁਅਰ ਪਿਰਾਮਿਡਲ ਕਿਵੇਂ ਬਣੇਗੀ ਬੇਟੇ, ਆ ਸਕੁਅਰ ਬਣ ਗਿਆ। ਠੀਕ ਹੈ, ਇਹ ਕੀ ਹੈ, ਸਕੁਅਰ। ਇਹ ਪਿਰਾਮਿਡ ਕੀ ਹੈ, ਇਹ ਇਹਦੇ ਨਾਲ ਚਾਰਾਂ ਨਾਲ ਜੋੜ ਦੋ ਇਹਨੂੰ ਤਾਂ ਕੀ ਬਣ ਜਾਏਗਾ, ਇੱਕ ਪਿਰਾਮਿਡ ਬਣ ਗਿਆ। ਸਕੁਅਰ ਪਿਰਾਮਿਡਲ ਬਣ ਗਈ ਇਹਦੀ ਸ਼ੇਪ। ਤੇ ਜੇ 2 ਲੋਨ ਪੇਅਰ ਆ ਗਏ ਤਾਂ ਇਕੱਲਾ ਹੀ ਸਕੁਅਰ ਰਹਿ ਗਿਆ, ਇਹਨੂੰ ਆਪਾਂ ਕੀ ਕਹਾਂਗੇ, ਸਕੁਅਰ ਪਲੈਨਰ। ਤਾਂ ਇਹਦੀਆਂ ਐਗਜ਼ਾਮਪਲਸ ਕੀ ਹੈ, ਜਿਹੜਾ ਸਕੁਅਰ ਪਿਰਾਮਿਡਲ ਹੈ ਉਹ ਕੀ ਹੈ, IF5 ਤੇ XEF4। ਜੇ ਆ ਗਿਆ 2 ਲੋਨ ਪੇਅਰ। ਠੀਕ ਹੈ, AB6 ਆ ਗਿਆ, ਸਾਰੇ ਦੇ ਸਾਰੇ ਬੌਂਡ ਪੇਅਰ, ਫਿਰ ਇੱਕ ਲੋਨ ਪੇਅਰ ਆ ਗਿਆ। ਮਤਲਬ ਕੀ ਹੈ, ਜਿਓਮੈਟਰੀ ਉਹੀ ਰਹੇਗੀ, ਪੇਅਰਸ ਉੱਥੇ ਹੀ ਹੋਣਗੇ, ਉਹਨਾਂ ਥਾਵਾਂ 'ਤੇ ਹੀ ਹੋਣਗੇ, ਪਰ ਸ਼ੇਪ ਦੇ ਵਿੱਚ ਪਾਰਟੀਸਪੇਟ ਨਹੀਂ ਕਰੇਗਾ ਬਸ ਲੋਨ ਪੇਅਰ। ਤਾਂ ਸ਼ੇਪ ਆ ਬਣਾਉਣਗੇ ਬਾਕੀ ਦੇ, ਮਤਲਬ ਲਾਈਨਾਂ ਅਸੀਂ ਇਹਨਾਂ ਨੂੰ ਹੀ ਮਾਰਾਂਗੇ ਜਿਹੜੇ ਬੌਂਡ ਪੇਅਰਸ ਹੈ। ਤਾਂ ਉਹ ਕੀ ਬਣ ਗਿਆ, ਸਕੁਅਰ ਪਿਰਾਮਿਡਲ। ਫਿਰ ਜੇ 2 ਲੋਨ ਪੇਅਰ ਹੋ ਗਏ ਤਾਂ ਕੀ ਬਣ ਗਈ, ਸਕੁਅਰ ਪਲੈਨਰ। ਮਤਲਬ ਇਹ ਉਹਦੇ ਨਾਲ ਤੁਹਾਨੂੰ ਯਾਦ ਰੱਖਣ ਦਾ ਜਿਹੜਾ ਢੰਗ ਹੈ ਇਹ ਸੌਖਾ ਹੈ। ਠੀਕ ਹੈ, ਹੁਣ ਆਪਾਂ ਬੈਲੈਂਸ ਬੌਂਡ ਥਿਊਰੀ ਦਾ ਜਿਹੜਾ ਅਗਲਾ ਟੌਪਿਕ ਹੈ ਉਹ ਸ਼ੁਰੂ ਕਰਦੇ ਹਾਂ। ਉਹ ਹੈ ਬੇਟੇ ऑर्बिटल ओवरलैप कॉन्सेप्ट।
ऑर्बिटल ओवरलैप कंसैप्ट। ਹੁਣ ਇਹਦੇ ਵਿੱਚ ਕੀ ਆ, ਆਪਾਂ ਹਾਈਡਰੋਜਨ ਮੋਲੀਕਿਊਲ ਦੀ ਫਾਰਮੇਸ਼ਨ ਦੇਖੀ ਸੀ ਆਪਾਂ ਬਣਾਈ ਸੀ ਨਾ ਹਾਈਡਰੋਜਨ ਮੋਲੀਕਿਊਲ। ਆਪਾਂ ਸ਼ੁਰੂ ਹੀ ਉੱਥੋਂ ਕੀਤਾ ਸੀ ਕਿ ਆਪਾਂ ਹਾਈਡਰੋਜਨ ਮੋਲੀਕਿਊਲ ਬਣਾ ਕੇ ਦੇਖਦੇ ਆ, ਕਲੀਅਰ, ਜਿਹਦੇ ਵਿੱਚ ਆਪਾਂ ਫੋਰਸਿਸ ਆਫ ਅਟਰੈਕਸ਼ਨ ਤੇ ਰਿਪਲਸ਼ਨ ਕੀਤੀਆਂ ਸੀ। ਉਹਦੇ ਵਿੱਚ ਆਪਾਂ ਦਿਖਾਇਆ ਸੀ ਕਿ ਮੋਲੀਕਿਊਲਸ ਜਦੋਂ ਓਵਰਲੈਪ ਕਰ ਲੈਂਦੇ ਆ ਤਾਂ ਉਹਦੇ ਵਿੱਚ ਜਿਹੜੀਆਂ ਹੈਗੀਆਂ ਅਟਰੈਕਟਿਵ ਤੇ ਕਿਹੜੀਆਂ ਜਦੋਂ ਨੇ ਕਲੋਜ਼ ਆਉਂਦੇ ਆ ਉਦੋਂ ਕੀ ਹੈ, ਕਿਹੜੀਆਂ ਫੋਰਸਿਸ ਆਉਂਦੀਆਂ, ਅਟਰੈਕਟਿਵ ਐਂਡ ਰਿਪਲਸਿਵ। ਹੁਣ ਆਪਾਂ ਮੇਨ ਜਿਹੜਾ ਇਹਦਾ ਹੈ ਨਾ ਬੇਟੇ ਉਹ ਹੈ ऑर्बिटल ओवरलैप कंसेप्ट। ओवरलैप ਦਾ ਮਤਲਬ ਕੀ ਹੈ ਇਹ ਦੇਖਦੇ ਹਾਂ ਹੁਣ ਆਪਾਂ, ਠੀਕ ਹੈ। ਇਨ ਫਾਰਮੇਸ਼ਨ ਆਫ H2 ਮੋਲੀਕਿਊਲ, ਜਦੋਂ ਹਾਈਡਰੋਜਨ ਮੋਲੀਕਿਊਲ ਬਣਦਾ ਹੈ ਨਾ ਉਦੋਂ there is a minimum energy state when the hydrogen atoms are merging in each other। ਜਦੋਂ ਕਲੋਜ਼ ਆਉਂਦੀਆਂ ਜਾਂਦੀਆਂ ਐਟਮਸ, ਉੱਥੇ ਉਹਨਾਂ ਦੀ ਜਿਹੜੀ ਹੌਲੀ ਹੌਲੀ એનર્ਜੀ ਡਿਕਰੀਜ਼ ਹੁੰਦੀ ਜਾਂਦੀ ਹੈ, ਘਟਦੀ ਜਾਂਦੀ ਹੈ ਉਹਨਾਂ ਦੀ એનર્ਜੀ, ਠੀਕ ਹੈ। ਉਹਨਾਂ ਦੀ ਜਦੋਂ ਮਿਨੀਮਮ એનર્ਜੀ ਹੁੰਦੀ ਹੈ ਨਾ, ਸਭ ਤੋਂ ਘੱਟ એનર્ਜੀ ਹੁੰਦੀ ਹੈ, ਉਦੋਂ ਐਟਮਸ ਹੈ ਜਿਹੜੀਆਂ ਉਹ ਇੱਕ ਦੂਜੇ 'ਚ ਮਰਜ ਹੋ ਰਹੀਆਂ ਹੁੰਦੀਆਂ, ਠੀਕ ਹੈ। ਦਿਸ ਪਾਰਸ਼ੀਅਲ ਮਰਜਿੰਗ ਆਫ ਐਟੋਮਿਕ ਆਰਬਿਟਲਸ ਇਜ਼ ਕਾਲਡ ਓਵਰਲੈਪਿੰਗ। ਇਹਨੂੰ ਆਪਾਂ ਕੀ ਕਹਿੰਦੇ ਆ, ਓਵਰਲੈਪਿੰਗ, ਕਲੀਅਰ, ਆਫ ਐਟੋਮਿਕ ਆਰਬਿਟਲਸ ਵਿਚ ਰਿਜ਼ਲਟਸ ਇਨ ਪੇਅਰਿੰਗ ਆਫ ਇਲੈਕਟ੍ਰੋਨ। ਜਦੋਂ ਇਹ ਮਰਜ ਕਰ ਜਾਂਦੇ ਆ ਐਟੋਮਿਕ ਆਰਬਿਟਲ ਇੱਕ ਦੂਜੇ ਦੇ ਵਿੱਚ, ਥੋੜਾ ਜਿਹਾ ਪਾਰਸ਼ੀਅਲ ਮਰਜਿੰਗ ਹੈ, ਉਸ ਏਰੀਏ ਦੇ ਵਿੱਚ ਇਲੈਕਟ੍ਰੋਨ ਦੀ ਡੈਂਸਿਟੀ ਹੈ ਜਿਹੜੀ ਬੇਟੇ ਕੀ ਹੋ ਜਾਂਦੀ ਹੈ, ਮੈਕਸਿਮਮ ਹੋ ਜਾਂਦੀ ਹੈ। ਉੱਥੇ ਇਲੈਕਟ੍ਰੋਨ ਦੀ ਪੇਅਰਿੰਗ ਹੋ ਜਾਂਦੀ ਹੈ, ਮਤਲਬ ਇੱਕ ਐਟਮ ਹੈ ਜਿਹੜਾ ਉਹਦਾ ਵੀ ਇਲੈਕਟ੍ਰੋਨ ਉਸ ਪਾਸੇ ਨੂੰ ਆ ਜਾਂਦਾ ਹੈ ਤੇ ਦੂਜੀ ਦਾ ਵੀ। ਉਸ ਜਿਹੜਾ ਓਵਰਲੈਪਡ ਏਰੀਆ ਹੈ ਉਹਦੇ ਵਿੱਚ ਦੋਨਾਂ ਦੇ ਇਲੈਕਟ੍ਰੋਨ ਹੋ ਜਾਂਦੇ ਆ, ਉਹਨਾਂ ਦੀ ਇਲੈਕਟ੍ਰੋਨ ਦੀ ਪੇਅਰਿੰਗ ਹੋ ਜਾਂਦੀ ਹੈ ਉੱਥੇ, ਠੀਕ ਹੈ, which results in the pairing of electrons। Therefore according to orbital overlap, ਜੇ ਹੁਣ ਆਪਾਂ orbital overlap ਦੇਖਣਾ ਹੋਵੇ, orbital overlap concept ਦੇਖਣਾ ਹੈ ਆਪਾਂ, the covalent bond is formed as a result of pairing of electrons। ਤਾਂ ਜਿਹੜਾ covalent bond ਬਣਦਾ ਹੈ ਨਾ ਇਸ concept ਦੇ according, ਇਹ concept ਕਿਹਨੇ ਦਿੱਤਾ ਹੈ, VBT ਨੇ। ਇਸ concept ਦੇ according ਜੇ ਆਪਾਂ ਕਹੀਏ ਕਿ ਕੋਈ ਵੀ covalent bond ਬਣ ਰਿਹਾ ਹੈ ਤਾਂ ਉਦੋਂ ਜਿਹੜੇ ਉਹਦੇ ਇਲੈਕਟ੍ਰੋਨ ਦੀ ਪੇਅਰਿੰਗ ਹੋ ਜਾਂਦੀ ਹੈ। ਕਿੱਥੇ ਜਿਹੜੇ ਇਲੈਕਟ੍ਰੋਨ ਪ੍ਰੈਜ਼ੈਂਟ ਹੁੰਦੇ, ਇਨ ਦਾ ਵੈਲੈਂਸ ਸ਼ੈਲ ਆਫ ਦਾ ਐਟਮ। ਜਿਹੜੀਆਂ ਵੀ ਐਟਮਸ ਹੈ ਉਹਨਾਂ ਦੀ ਵੈਲੈਂਸ ਸ਼ੈਲ 'ਚ ਇਲੈਕਟ੍ਰੋਨ ਹੈ ਨਾ ਜਿਹੜੇ, ਉਹਨਾਂ ਦੀ ਪੇਅਰਿੰਗ ਹੋ ਜਾਂਦੀ ਹੈ, ਹੈਵਿੰਗ ਆਪੋਜ਼ਿਟ ਸਪਿਨ। ਤੇ ਜਿਨ੍ਹਾਂ ਦੀ ਸਪਿਨ ਹੈ ਜਿਹੜੀ ਉਹ ਕੀ ਹੋਣੀ ਚਾਹੀਦੀ ਹੈ ਬੇਟੇ, ਆਪੋਜ਼ਿਟ ਹੋਣੀ ਚਾਹੀਦੀ ਹੈ। ਸਪਿਨ ਕੀ ਹੋਏਗੀ, ਆਪੋਜ਼ਿਟ ਹੋਏਗੀ, ਉਹਨਾਂ ਦੀ ਸਪਿਨ ਸੇਮ ਨਹੀਂ ਹੋਏਗੀ, ਕਲੀਅਰ। ਦੇਅਰਫੋਰ according to orbital overlap concept, ठीक है, the pairing of electron हो जाएगी present in the valence shell of atom having opposite spin। ਤਾਂ ਆਪਾਂ ਕਿਵੇਂ ਸ਼ੋ ਕਰਾਂਗੇ ਇਹਨੂੰ ਬੇਟੇ, ਆ ਸਪੋਜ਼ ਕਰੋ ਹਾਈਡਰੋਜਨ ਦੀ ਇੱਕ ਐਟਮ ਹੈ, ਇਹ ਹਾਈਡਰੋਜਨ ਦੀ ਦੂਜੀ ਐਟਮ ਹੈ, ਦੋਨੋਂ ਐਟਮਸ ਇੱਕ ਦੂਜੇ ਦੇ ਕਲੋਜ਼ ਆ ਰਹੀਆਂ। ਇਹਦੇ ਇਲੈਕਟ੍ਰੋਨ ਦੀ ਸਪਿਨ ਅਪਵਰਡ ਹੈ, ਇਹਦੀ ਇਲੈਕਟ੍ਰੋਨ ਦੀ ਸਪਿਨ ਡਾਊਨਵਰਡ ਹੈ। ਆਪਾਂ ਦਿਖਾਤਾ ਕਿ ਇਹਨਾਂ ਕੋਲ ਇੱਕ ਇਲੈਕਟ੍ਰੋਨ ਹੈ, ਸਾਨੂੰ ਪਤਾ ਹੈ ਕਿ ਹਾਈਡਰੋਜਨ ਕੋਲ ਇੱਕ ਇਲੈਕਟ੍ਰੋਨ ਹੁੰਦਾ ਹੈ, ਕਲੀਅਰ। ਇਹ ਇੱਕ H ਹੈ, ਠੀਕ ਹੈ, ਆਪਾਂ ਮੰਨ ਲਓ ਹਾਈਡਰੋਜਨ ਹੈ, ਇਹ ਕੀ ਹੈ, ਦੂਜਾ H ਹੈ, ਤਾਂ ਇਹਨੇ ਕੀ ਬਣਾ ਲਿਆ, H2। ਇਹ ਕੀ ਬਣ ਗਿਆ, H2। ਇਹ ਜਿਹੜਾ ਇਹ ਦੋਨੋਂ ਕੀ ਹੈ, ਇੱਕ ਓਵਰਲੈਪ ਕਰ ਰਹੇ ਹੈ ਐਟਮਸ, ਕਲੋਜ਼ ਆਉਂਦੀਆਂ ਗਈਆਂ, ਜਿੱਥੇ ਓਵਰਲੈਪ ਕਰ ਜਾਂਦੀਆਂ ਉੱਥੇ ਜਾ ਕੇ ਇਹਨਾਂ ਦੀ એનર્ਜੀ, ਹੁਣ ਜੇ ਆਪਾਂ ਕਹੀਏ ਕਿ ਹੋਰ ਵੀ ਮਰਜ ਕਰ ਸਕਦੀਆਂ, ਜਦੋਂ ਹੋਰ ਮਰਜ ਕਰਨਗੀਆਂ ਤਾਂ ਇਹਨਾਂ ਦੀ એનર્ਜੀ ਹੈ ਜਿਹੜੀ ਬੇਟੇ ਇਨਕਰੀਜ਼ ਹੋਣ ਲੱਗ ਜਾਂਦੀ ਹੈ। ਮਤਲਬ ਮਿਨੀਮਮ એનર્ਜੀ ਹੈ ਜਿਹੜੀ ਉਹ ਕਿੱਥੇ ਹੁੰਦੀ ਹੈ ਇਹਨਾਂ ਦੀ, ਜਦੋਂ ਇਹ ਬਸ ਇੰਨਾ ਜਿਹੜਾ ਡਿਸਟੈਂਸ ਹੈ ਐਟਮ ਦੇ ਵਿੱਚ ਉਹ ਰਹੇਗਾ ਹੀ ਰਹੇਗਾ। ਜਦੋਂ ਇੰਨਾ ਡਿਸਟੈਂਸ ਰਹੇਗਾ ਉਦੋਂ ਇਹਨਾਂ ਦੀ એનર્ਜੀ ਹੈ ਜਿਹੜੀ ਮਿਨੀਮਮ ਹੈ। ਪਰ ਜਦੋਂ ਫਿਰ ਜਦੋਂ ਹੋਰ ਕਲੋਜ਼ ਆਉਣਗੀਆਂ ਐਟਮਸ ਤਾਂ ਫਿਰ એનર્ਜੀ ਕੀ ਹੈ, ਵਧਣ ਲੱਗ ਜਾਏਗੀ। ਤਾਂ ਸਟੇਬਿਲਿਟੀ, ਜਦੋਂ ਵੀ એનર્ਜੀ ਵਧਣ ਲੱਗੀ ਤਾਂ ਮਤਲਬ ਕੀ ਹੋਏਗਾ, ਸਟੇਬਿਲਿਟੀ ਘਟੇਗੀ। ਤਾਂ ਇਹਦਾ ਮਤਲਬ ਇੱਥੇ ਇਹ ਸਭ ਤੋਂ ਵੱਧ ਸਟੇਬਲ ਹੈ ਜਦੋਂ ਇਹਨਾਂ ਦੀ ਇੰਨੀ એનર્ਜੀ ਹੋਏਗੀ, ਕਲੀਅਰ। ਤਾਂ ਇੰਨੀ એનર્ਜੀ ਮਿਨੀਮਮ એનર્ਜੀ ਹੈ ਇਹਨਾਂ ਦੀ ਜਦੋਂ ਇਸ ਡਿਸਟੈਂਸ ਤੇ ਆ ਨਿਊਕਲੀਅਸ ਦੇ ਵਿੱਚ, ਇਹਨੂੰ ਅਸੀਂ ਬੌਂਡ ਲੈਂਥ ਕਹਿ ਦਿੰਦੇ ਹਾਂ। ਨਿਊਕਲੀਅਸ ਤੇ ਨਿਊਕਲੀਅਸ ਦੇ ਵਿਚਕਾਰ ਜਿਹੜਾ ਡਿਸਟੈਂਸ ਹੈ ਇਹਨੂੰ ਕੀ ਕਹਿੰਦੇ ਹਾਂ ਅਸੀਂ, ਬੌਂਡ ਲੈਂਥ। ਤਾਂ ਇਹਨੂੰ ਕਹਿੰਦੇ ਅਸੀਂ ਫਾਰਮੇਸ਼ਨ ਆਫ ਹਾਈਡਰੋਜਨ ਮੋਲੀਕਿਊਲ। ਦੋ ਐਟਮਸ ਤੋਂ ਮੋਲੀਕਿਊਲ ਕਿਵੇਂ ਬਣ ਰਿਹਾ। ਜੇ ਆਪਾਂ ਆਰਬਿਟਲ ਨੂੰ ਇੱਦਾਂ ਦਿਖਾ ਦਈਏ, ਚਾਹੇ ਤੁਸੀਂ ਬੇਟੇ ਗੋਲ ਬਣਾ ਲਓ ਚਾਹੇ ਤੁਸੀਂ ਸਕੁਅਰ ਬਣਾ ਲਓ, ਕੋਈ ਫਰਕ ਨਹੀਂ ਪੈਂਦਾ, ਠੀਕ ਹੈ। ਆਪਾਂ ਦਿਖਾਤਾ ਇੱਕ ਆਰਬਿਟਲ, ਇਹ ਦੂਸਰਾ, ਇਹ ਮਤਲਬ ਇੱਕ ਐਟਮ, ਇਹ ਦੂਜੀ ਐਟਮ। ਤਾਂ ਆਪਾਂ ਆਰਬਿਟਲ ਕਿਹੜਾ ਲਿਆ ਬੇਟੇ, ਸਿਰਫ ਵੈਲੈਂਸ ਇਲੈਕਟ੍ਰੋਨ ਜਿਹੜੇ ਉਹ ਕੰਮ ਹਰ ਤੇ ਹਾਈਡਰੋਜਨ ਕੋਲੇ ਕੀ ਹੈ, ਇੱਕੋ ਇਲੈਕਟ੍ਰੋਨ, ਉਹੀ ਵੈਲੈਂਸ ਹੈ, ਕਲੀਅਰ।
ਤਾਂ ਇਹ ਹੁਣ ਆਪਸ ਦੇ ਵਿੱਚ ਜਿਹੜੇ ਹੈਗੇ ਆ ਉਹ ਕਲੋਜ਼ ਆਉਣਗੇ ਜਦੋਂ ਆਪਸ ਦੇ ਵਿੱਚ ਓਵਰਲੈਪ ਕਰ ਲੈਂਦੇ ਆ। ਹੁਣ ਜਿਹੜਾ ਆਰਬਿਟਲ ਬਣੇਗਾ ਤੁਹਾਡੇ ਕੋਲੇ ਇਹ ਮੋਲੀਕੂਲਰ ਆਰਬਿਟਲ ਬਣ ਗਿਆ। ਇਹਨੂੰ ਕੀ ਕਹਿੰਦੇ ਆ ਅਸੀਂ? ਮੋਲੀਕੂਲਰ। ਜਿਹੜਾ ਮਤਲਬ ਆ ਜਿਹੜਾ ਤੁਹਾਡੇ ਕੋਲੇ ਆ ਜਿਹੜਾ ਬਣ ਗਿਆ, ਆ ਦੋਨੋਂ ਐਟਮਸ ਮਿਲ ਕੇ ਕੀ ਬਣਾ ਲਿਆ ਇਹ ਮੋਲੀਕੂਲਰ ਆਰਬਿਟਲ ਬਣ ਗਿਆ। ਹੁਣ ਇਹ ਇੱਕ ਆਰਬਿਟਲ ਬਣ ਗਿਆ। ਇਹ ਦੋ ਆਰਬਿਟਲ ਸੀ ਅਲੱਗ-ਅਲੱਗ, ਹੁਣ ਕੀ ਬਣ ਗਿਆ? ਇੱਕ ਆਰਬਿਟਲ। ਉਹਨੂੰ ਕਹਿੰਦੇ ਆ ਅਸੀਂ ਮੋਲੀਕੂਲਰ ਆਰਬਿਟਲ। ਤਾਂ ਆਪਾਂ ਆ ਆਰਬਿਟਲ 1s1 ਹੈ, ਇਹਦੇ ਕੋਲੇ 1s1 ਹੈ, ਇਹ ਇੱਕ ਐਟਮ ਹੈ, ਇਹ ਦੂਜੀ ਐਟਮ ਹਾਈਡਰੋਜਨ ਦੀ। ਤਾਂ ਇਹ ਕੀ ਬਣ ਗਿਆ? 1s2। ਇਹ ਕੀ ਆਏਗਾ? ਮੋਲੀਕੂਲਰ। ਇਹ ਐਟੋਮਿਕ ਸੀ, ਇਹ ਐਟੋਮਿਕ ਸੀ, ਇਹ ਕੀ ਬਣ ਗਿਆ? ਮੋਲੀਕੂਲਰ। ਕਲੀਅਰ? ਹੁਣ ਆਪਾਂ ਦੇਖਦੇ ਹਾਂ ਬੇਟੇ ਕਿ ਜਦੋਂ ਓਵਰਲੈਪਿੰਗ ਹੁੰਦੀ ਹੈ ਇਹਨਾਂ ਦੀ, ਠੀਕ ਹੈ, ਜਦੋਂ ਓਵਰਲੈਪਿੰਗ ਹੋਣੀ ਹੈ ਤਾਂ ਉਦੋਂ ਇਹਨਾਂ ਦੀਆਂ ਜਿਹੜੀਆਂ ਫੇਵਰੇਬਲ ਕੰਡੀਸ਼ਨਸ ਕੀ ਹੈ, ਕਿਹੜੀਆਂ ਕੰਡੀਸ਼ਨਸ ਇਹਨੂੰ ਫੇਵਰ ਕਰਦੀਆਂ ਹੈ ਕਿ ਜਿਹੜੀ ਓਵਰਲੈਪਿੰਗ ਹੈ ਉਹ ਹੋਵੇ। ਸਭ ਤੋਂ ਪਹਿਲਾਂ ਸਾਡੇ ਕੋਲੇ ਕੀ ਹੈ ਕਿ ਜਿਹੜੇ ਇਹ ਮੋਲੀਕਿਊਲ ਬਣੇਗਾ ਕਿਹੜੀਆਂ ਕੰਡੀਸ਼ਨਸ ਫੇਵਰੇਬਲ ਹੈ? ਓਨਲੀ ਦ ਐਟੋਮਿਕ ਆਰਬਿਟਲਸ with one electron can take part in overlap। ਸਿਰਫ ਓਵਰਲੈਪ ਉਹਨਾਂ ਆਰਬਿਟਲਸ ਦੇ ਵਿੱਚ ਹੀ ਹੋਏਗਾ ਬੇਟੇ ਜਿਨ੍ਹਾਂ ਕੋਲ ਸਿਰਫ ਇੱਕ ਇਲੈਕਟ੍ਰੋਨ ਹੋਏਗਾ। ਮਤਲਬ ਕੀ ਹੈ? ਉਹ ਹਾਫ ਫਿਲਡ ਹੋਣਗੇ। ਇਹ ਕਹਿੰਦਾ ਨਾ ਤਾਂ ਕੋਈ ਖਾਲੀ ਆਰਬਿਟਲ ਤੇ ਨਾ ਕੋਈ ਫੁੱਲੀ ਫਿਲਡ ਆਰਬਿਟਲ, ਨਾ ਕੋਈ ਖਾਲੀ ਆਰਬਿਟਲ ਨਾ ਕੋਈ ਦੋ ਇਲੈਕਟ੍ਰੋਨ ਵਾਲਾ ਆਰਬਿਟਲ। ਇਹ ਕੋਈ ਨਹੀਂ ਪਾਰਟਿਸਿਪੇਟ ਕਰ ਸਕਦਾ। ਕੌਣ ਕਰ ਸਕਦੇ ਹੈ? ਸਿਰਫ ਹਾਫ ਫਿਲਡ ਆਰਬਿਟਲਸ ਜਿਨ੍ਹਾਂ ਕੋਲ ਇੱਕ ਇੱਕ ਇਲੈਕਟ੍ਰੋਨ ਹੋਏਗਾ। ਇੱਕ ਇੱਕ ਇਲੈਕਟ੍ਰੋਨ ਲੈ ਕੇ ਆਉਣਗੇ ਤੇ ਪੇਅਰ ਬਣਾ ਦੇਣਗੇ ਦੋਨੋਂ। ਕਲੀਅਰ ਹੋ ਗਈ? ਪਹਿਲੀ ਕੰਡੀਸ਼ਨ ਇਸ ਥਿਊਰੀ ਦੀ, VBT ਦੀ ਇਹ ਕੰਡੀਸ਼ਨ ਹੈ ਕਿ ਓਨਲੀ ਐਟੋਮਿਕ ਆਰਬਿਟਲਸ ਵਿਦ one electron can take part in overlap। ਕਲੀਅਰ? ਦੂਸਰੀ ਚੀਜ਼ ਕੀ ਹੈ? ਐਟ ਦਾ ਟਾਈਮ ਆਫ ਓਵਰਲੈਪ, ਜਦੋਂ ਓਵਰਲੈਪਿੰਗ ਹੁੰਦੀ ਹੈ ਇਹਨਾਂ ਦੀ, ਠੀਕ ਹੈ, the combining orbitals must have opposite spin of electrons। ਜਦੋਂ ਇਹ ਪੇਅਰ ਅਪ ਹੋਣਗੇ ਉਹਨਾਂ ਜਿਹੜੇ ਇਲੈਕਟ੍ਰੋਨ ਹੈ, ਜਿਹੜੀਆਂ ਐਟਮਸ ਪੇਅਰ ਅਪ ਹੋਣਗੀਆਂ ਉਹਨਾਂ ਦੇ ਇਲੈਕਟ੍ਰੋਨ ਦੀ ਸਪਿਨ ਹਮੇਸ਼ਾ ਕੀ ਹੋਣੀ ਚਾਹੀਦੀ ਹੈ? ਅਪੋਜ਼ਿਟ। ਕਿਉਂ? ਕਿਉਂਕਿ ਸਾਨੂੰ ਪਤਾ ਹੈ ਕਿ ਜਿਹੜਾ ਆਰਬਿਟਲ ਹੁੰਦਾ ਹੈ, ਕਿਉਂਕਿ ਇਹਨਾਂ ਦੋਨਾਂ ਨੇ ਮਿਲ ਕੇ ਇੱਕ ਆਰਬਿਟਲ ਬਣਾਉਣਾ ਹੈ, ਉਸ ਇੱਕ ਆਰਬਿਟਲ ਦੇ ਵਿੱਚ ਸਾਨੂੰ ਪਤਾ ਹੈ ਕਿ ਜਿਹੜੇ ਇਲੈਕਟ੍ਰੋਨ ਆਉਂਦੇ ਆ ਉਹ ਹਮੇਸ਼ਾ ਅਪੋਜ਼ਿਟ ਸਪਿਨ ਦੇ ਹੁੰਦੇ ਆ। ਕਦੇ ਵੀ ਸੇਮ ਸਪਿਨ ਦੇ ਇਲੈਕਟ੍ਰੋਨ ਇੱਕ ਆਰਬਿਟਲ ਦੇ ਵਿੱਚ ਨਹੀਂ ਹੋ ਸਕਦੇ। ਕਲੀਅਰ? ਤਾਂ ਹਮੇਸ਼ਾ ਇਹਨਾਂ ਦੀ ਸਪਿਨ ਹੈ ਜਿਹੜੀ ਉਹ ਕੀ ਹੋਣੀ ਚਾਹੀਦੀ ਹੈ? ਅਪੋਜ਼ਿਟ ਹੋਣੀ ਚਾਹੀਦੀ ਹੈ। ਤਾਂ ਇਹ ਜਿਹੜੀਆਂ ਐਟਮਸ ਹੈ ਉਹ ਓਵਰਲੈਪ ਹੋ ਸਕਦੀਆਂ। ਕਲੀਅਰ? ਤੀਸਰੀ ਚੀਜ਼ ਕੀ ਹੈ ਬੇਟੇ ਇਹਦੇ ਵਿੱਚ? ਦ ਓਵਰਲੈਪ ਮਸਟ ਬੀ ਮੈਕਸਿਮਮ। ਤਾਂ ਜਿਹੜਾ ਓਵਰਲੈਪ ਆ ਉਹ ਮੈਕਸਿਮਮ ਹੋਣਾ ਚਾਹੀਦਾ ਐਜ਼ ਫਾਰ ਐਜ਼ ਪੋਸੀਬਲ, ਕਿਉਂਕਿ ਜਿੰਨਾ ਓਵਰਲੈਪ ਜ਼ਿਆਦਾ ਹੋਏਗਾ ਬੌਂਡ ਦੀ ਸਟਰੈਂਥ ਉਨੀ ਜ਼ਿਆਦਾ ਹੋਏਗੀ। ਕਿਉਂ? ਕਿਉਂਕਿ ਜਿੰਨਾ ਇਹ ਐਟਮਸ ਕਲੋਜ਼ ਆਉਣਗੀਆਂ ਉਨਾ ਹੀ ਉਹਨਾਂ ਦੇ ਵਿਚਕਾਰ ਡਿਸਟੈਂਸ ਘਟਦਾ ਜਾਏਗਾ ਤੇ ਬੌਂਡ ਦੀ ਸਟਰੈਂਥ ਉਨੀ, ਸਾਨੂੰ ਪਤਾ ਹੈ ਕਿ ਬੌਂਡ ਲੈਂਥ ਜਿੰਨੀ ਛੋਟੀ ਹੁੰਦੀ ਜਾਏਗੀ ਉਨੀ ਬੌਂਡ ਦੀ ਸਟਰੈਂਥ ਵੱਧਦੀ ਜਾਏਗੀ। ਕਲੀਅਰ? ਦ ਸਟੇਬਿਲਿਟੀ ਆਫ ਅ ਮੋਲੀਕੂਲਰ ਆਰਬਿਟਲ, ਜੇ ਆਪਾਂ ਕਿਸੇ ਮੋਲੀਕੂਲਰ ਆਰਬਿਟਲ, ਜਿਹੜਾ ਆਪਾਂ ਮੋਲੀਕੂਲਰ ਆਰਬਿਟਲ ਬਣਾਇਆ ਹੈ, ਜੇ ਤਾਂ ਆਪਾਂ ਸਟੇਬਿਲਿਟੀ ਦੇਖਣੀ ਹੋਵੇ ਇਹਦੀ, ਕਿ ਆਪਾਂ ਸਟੇਬਿਲਿਟੀ ਦੇਖਣੀ ਹੈ ਤਾਂ ਕਾਹਦੇ ਤੇ ਡਿਪੈਂਡ ਕਰਦੀ ਹੈ? ਦ ਸਟੇਬਿਲਿਟੀ ਆਫ ਮੋਲੀਕੂਲਰ ਆਰਬਿਟਲ ਜਾਂ ਮੋਲੀਕਿਊਲ ਕਹਿ ਲਓ, ਜਿਹੜਾ ਹੁਣ ਕਿਉਂਕਿ ਮੋਲੀਕਿਊਲ ਹੀ ਬਣ ਗਿਆ ਨਾ, ਇਹਨੂੰ ਅਸੀਂ H2 ਕਹਿੰਦੇ ਹਾਂ। ਦੇਖੋ ਤੁਸੀਂ H2 ਦਾ ਮੋਲੀਕਿਊਲ ਬਣ ਗਿਆ। ਔਰ ਮੋਲੀਕਿਊਲ ਡਿਪੈਂਡਸ ਅਪੋਨ ਦਾ ਐਕਸਟੈਂਟ ਆਫ ਓਵਰਲੈਪ। ਇਹ ਓਵਰਲੈਪ ਦੀ ਐਕਸਟੈਂਟ ਦੇ ਉੱਤੇ ਡਿਪੈਂਡ ਕਰ ਰਿਹਾ ਆਫ ਐਟੋਮਿਕ ਆਰਬਿਟਲਸ। ਸਟਰੈਂਥ ਹੈ ਜਿਹੜੀ ਜਾਂ ਸਟੇਬਿਲਿਟੀ ਹੈ ਮੋਲੀਕਿਊਲ ਦੀ, ਜੇ ਉਹਦੀ ਐਕਸਟੈਂਟ ਓਵਰਲੈਪ ਦੀ ਜ਼ਿਆਦਾ ਹੋਏਗੀ ਤਾਂ ਉਹ ਜਿਹੜਾ ਮੋਲੀਕਿਊਲ ਹੈ ਉਹ ਕੀ ਹੈ? ਜ਼ਿਆਦਾ ਸਟੇਬਲ ਹੋਏਗਾ। ਜੇ ਉਹਦੇ ਓਵਰਲੈਪ ਘੱਟ ਹੋਏਗਾ ਤਾਂ ਮੋਲੀਕਿਊਲ ਘੱਟ ਸਟੇਬਲ ਹੋਏਗਾ। ਮਤਲਬ ਕਿ ਸਟੇਬਿਲਿਟੀ ਹੈ ਜਿਹੜੀ ਮੋਲੀਕਿਊਲ ਦੀ ਉਹ ਕਿਹਦੇ ਤੇ ਡਿਪੈਂਡ ਕਰ ਰਹੀ ਹੈ? ਓਵਰਲੈਪ ਦੀ ਐਕਸਟੈਂਟ ਦੇ ਉੱਤੇ। ਠੀਕ ਹੈ? ਜਨਰਲੀ ਕੀ ਕਿਹਾ ਜਾਂਦਾ ਹੈ ਬੇਟੇ? ਇਨ ਜਨਰਲ greater is the overlap, the stronger is the bond formed between the two atoms। मतलब कि जे overlap ज़्यादा हो रहा है ਤਾਂ बॉन्ड है ਜਿਹੜਾ ਉਹ ਕੀ ਹੋਏਗਾ? strong bond ਹੋਏਗਾ। ठीक है? ਹੁਣ ਆਪਾਂ ਕਰਦੇ ਹਾਂ ਬੇਟੇ ਕੁਝ ਕੁ ਮੋਲੀਕਿਊਲਸ ਦੀ ਫਾਰਮੇਸ਼ਨ, ਫਿਰ ਆਪਾਂ ਨੂੰ ਜ਼ਿਆਦਾ ਕਲੀਅਰ ਹੋਏਗਾ ਕਿ ਕਿਵੇਂ ਮੋਲੀਕਿਊਲਸ ਬਣਦੇ ਆ। ਇਹਦੇ ਵਿੱਚ ਹੁਣ ਆਪਾਂ ਮੋਲੀਕਿਊਲਸ ਦੀ ਫਾਰਮੇਸ਼ਨ ਕਰਦੇ ਹਾਂ। ਫਾਰਮੇਸ਼ਨ ਆਫ ਫਿਊ ਕੋਵੈਲੈਂਟ ਮੋਲੀਕਿਊਲਸ। ਪਹਿਲਾਂ ਆਪਾਂ ਲੈਂਦੇ ਹਾਂ ਫਾਰਮੇਸ਼ਨ ਆਫ F2 ਮੋਲੀਕਿਊਲ। ਜਿਵੇਂ ਆਪਾਂ H2 ਬਣਾਇਆ ਸੀ ਨਾ ਕਿ H ਦੇ ਵਿੱਚ ਇੱਕ ਇੱਕ ਇਲੈਕਟ੍ਰੋਨ ਸੀ ਦੋਨੋਂ,
दोनों एटम्स आईਆਂ आपस ਚ ਕੰਬਾਈਨ ਕੀਤਾ ਇੱਕ ਇਲੈਕਟ੍ਰੋਨ ਤਾਂ ਮੋਲੀਕਿਊਲ ਬਣਾ ਲਿਆ। ਹੁਣ ਆਪਾਂ ਅਲੱਗ-ਅਲੱਗ ਮੋਲੀਕਿਊਲਸ ਬਣਾ ਕੇ ਦੇਖਦੇ ਹਾਂ। ਫਾਰਮੇਸ਼ਨ ਆਫ F2 ਮੋਲੀਕਿਊਲ। ਹੁਣ F2 ਮੋਲੀਕਿਊਲ ਕਿਵੇਂ ਬਣੇਗਾ? ਜੇ ਆਪਾਂ ਹੁਣ F ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੇਖੀਏ, ਸਾਨੂੰ ਪਤਾ ਹੈ ਕੀ ਕਿਹਾ ਵੈਲੈਂਸ ਬੌਂਡ ਥਿਊਰੀ ਨੇ ਕਿ ਜਿਹੜੇ ਵੈਲੈਂਸ ਸ਼ੈਲ ਦੇ ਹਾਫ ਫਿਲਡ ਆਰਬਿਟਲਸ ਹੈ ਨਾ, ਸਿਰਫ ਉਹ ਪਾਰਟਿਸਿਪੇਟ ਕਰਨਗੇ ਇਹਦੇ ਵਿੱਚ। ਫਿਰ ਉਹਦੇ ਵਾਸਤੇ ਸਾਨੂੰ ਕੀ ਹੈ ਬੇਟੇ, ਇਹਨਾਂ ਦੀ ਕਨਫੀਗਰੇਸ਼ਨ ਪਤਾ ਹੋਣੀ ਚਾਹੀਦੀ ਹੈ। ਤਾਂ ਆਪਾਂ F ਦੀ ਕਨਫੀਗਰੇਸ਼ਨ ਲਿਖਾਂਗੇ ਪਹਿਲਾਂ। ਤਾਂ ਕੀ ਹੈ, ਨੰਬਰ ਕਿੰਨਾ ਹੁੰਦਾ F ਦਾ? 9, 1s2 2s2 2p6 2p5 ਸੌਰੀ 1s2 2s2 2p5 9 ਨੰਬਰ ਹੈ ਨਾ, 2p5। ਪਰ ਹੁਣ ਆਪਾਂ ਅਨਪੇਅਰਡ ਦਿਖਾਉਣ ਵਾਸਤੇ ਸਾਨੂੰ ਇਹਦੀ ਖੋਲ ਕੇ ਲਿਖਣੀ ਪੈਣੀ ਹੈ ਕਨਫੀਗਰੇਸ਼ਨ। ਤਾਂ ਆਪਾਂ ਕੀ ਲਿਖਾਂਗੇ? 2px2 2py2 2pz1। ਹੁਣ ਆਪਾਂ ਇਹਦੇ ਆਰਬਿਟਲ ਬਣਾਉਣੇ ਆ। ਆਰਬਿਟਲ ਨੂੰ ਚਾਹੇ ਸਕੁਅਰ ਚ ਬਣਾ ਲਓ, ਚਾਹੇ ਤੁਸੀਂ ਇਹਦੇ ਸਫੈਰਿਕਲ ਬਣਾ ਲਓ, ਜਿਵੇਂ ਮਰਜ਼ੀ ਬਣਾ ਸਕਦੇ ਹੋ। ਤਾਂ ਆਪਾਂ ਬਣਾ ਲਿਆ 1s 2s 2p। s ਚ ਇੱਕ ਆਰਬਿਟਲ, s ਚ ਇੱਕ ਆਰਬਿਟਲ, p ਦੇ ਵਿੱਚ 3 ਆਰਬਿਟਲਸ। ਤਾਂ 1s2 ਹੈ, 2 ਇਲੈਕਟ੍ਰੋਨ ਫਿਲ ਕਰਤੇ। 2s2 ਹੈ, 2 ਇਲੈਕਟ੍ਰॉन्स ਫਿਲ ਕਰਤੇ। 2px2 ਹੈ, 2 ਇਲੈਕਟ੍ਰੋਨ ਆ ਗਏ। 2py2 ਹੈ ਤੇ 2pz1 ਹੈ। ਕਿਵੇਂ ਆਉਂਦੇ ਇਹ? ਪਹਿਲਾਂ ਆਪਾਂ ਇੱਕ ਇਲੈਕਟ੍ਰੋਨ p ਦੇ ਵਿੱਚ ਪਹਿਲਾਂ px1 px2 py1 ਤੇ pz1, px1 py1 pz1। ਫਿਰ ਅਗਲਾ ਇਲੈਕਟ੍ਰੋਨ ਫਿਰ px ਚ ਜਾਏਗਾ ਤਾਂ ਪੇਅਰਿੰਗ ਹੋ ਜਾਂਦੀ ਹੈ। ਕਿਉਂਕਿ ਆਪਾਂ ਕਿਹਾ ਨਾ ਰੂਲ ਪੜ੍ਹੇ ਹੋਏ ਆ, ਪਹਿਲਾਂ ਇੱਕ ਇਲੈਕਟ੍ਰੋਨ ਜਾਏਗਾ ਫਿਰ ਪੇਅਰਿੰਗ ਹੋਣ ਲੱਗ ਜਾਂਦੀ ਹੈ। ਕਿਉਂਕਿ 5 ਇਲੈਕਟ੍ਰੋਨ ਹੈ ਤਾਂ 2 ਪੇਅਰ ਹੋ ਜਾਣਗੇ, ਇੱਕ ਸਿੰਗਲ ਰਹਿ ਜਾਏਗਾ। ਹੁਣ F ਦੇ ਵਿੱਚ ਆਪਾਂ ਕੀ ਕਿਹਾ ਬੇਟੇ ਕਿ F ਦੇ ਜਿਹੜੇ ਆਰਬਿਟਲਸ ਹੈ ਜਾਂ ਕਿਸੇ ਵੀ ਐਟਮ ਦੇ ਆਰਬਿਟਲ, ਸਿਰਫ ਜਿਹੜੇ ਸਿੰਗਲ ਆਰਬਿਟਲ ਹੈ ਨਾ ਉਹੀ ਓਵਰਲੈਪ 'ਚ ਪਾਰਟਿਸਿਪੇਟ ਕਰਨਗੇ। ਤਾਂ ਫਿਰ ਕੀ ਹੁੰਦਾ ਹੈ, ਇਹਦਾ ਇੱਕ ਆਰਬਿਟਲ, ਇਹ ਇੱਕ F ਬਣਾਇਆ ਆਪਾਂ, ਇਹਦੀ ਕਨਫੀਗਰੇਸ਼ਨ ਲਿਖੀ, ਇੱਥੇ ਆਪਾਂ ਦੂਜਾ F ਬਣਾਤਾ, ਆ ਵੀ F ਹੀ ਹੈ। ਹੁਣ ਆਪਾਂ ਸੇਮ ਕਨਫੀਗਰੇਸ਼ਨ ਇਹਦੀ ਹੈ, ਕਿਉਂਕਿ ਜਿੰਨੇ ਮਰਜ਼ੀ F ਲੈ ਲਓ, ਇਹਦੇ ਕੋਲੇ ਵੀ ਸੇਮ ਆਰਬਿਟਲਸ ਆ, ਸੇਮ ਬਿਲਕੁਲ। ਪਰ ਹੁਣ ਇਹਦਾ ਸਿੰਗਲ ਆਰਬਿਟਲ, ਸਿੰਗਲ ਇਲੈਕਟ੍ਰੋਨ ਵਾਲਾ ਆਰਬਿਟਲ ਤੇ ਇਹਦੇ ਸਿੰਗਲ ਇਲੈਕਟ੍ਰੋਨ ਵਾਲਾ ਆਰਬਿਟਲ, ਇਹ ਆਪਸ ਚ ਓਵਰਲੈਪ ਕਰ ਲੈਂਦੇ ਆ। ਠੀਕ ਹੈ, ਇਹ ਆਪਾਂ ਸਿਰਫ ਇਦਾਂ ਹੀ ਦਿਖਾਵਾਂਗੇ ਓਵਰਲੈਪਿੰਗ। ਅਦਰਵਾਈਜ਼ ਕੀ ਹੈ, ਜਿਵੇਂ ਆਪਾਂ ਹਾਈਡਰੋਜਨ ਤੇ ਬਿਲਕੁਲ ਕਲੋਜ਼ ਕਰਕੇ ਦਿਖਾਤੇ ਸੀ ਨਾ ਇਦਾਂ। ਹੁਣ ਆਪਾਂ ਇਦਾਂ ਇਹਨਾਂ ਨੂੰ ਕਨਫਿਊਜ਼ਨ ਰਹੇਗੀ, ਕਿਉਂਕਿ ਫਿਰ ਇਹ ਵੀ ਨਾਲ ਆ ਜਾਣਗੇ, ਕਿਉਂਕਿ ਇਹਨਾਂ 'ਚ ਕੁਝ ਨਹੀਂ ਹੋਣਾ। ਸਿਰਫ ਓਵਰਲੈਪ ਕਿਹਦੇ 'ਚ ਹੋਣਾ? ਸਿੰਗਲ ਆਰਬਿਟਲਸ ਦੇ ਵਿੱਚ। ਤਾਂ ਹੁਣ ਅਸੀਂ ਇਹਨਾਂ ਨੂੰ ਅਲੱਗ ਤਾਂ ਕਰ ਨਹੀਂ ਸਕਦੇ ਕਿਉਂਕਿ એનર્ਜੀ ਲੈਵਲ ਸੇਮ ਹੈ। ਬਸ ਆਪਾਂ ਇਹਨਾਂ ਨੂੰ ਇਦਾਂ ਹੀ ਦਿਖਾ ਸਕਦੇ ਹਾਂ ਡਾਟ ਡਾਟ ਲਗਾ ਕੇ ਕਿ ਇਹ 2 ਆਰਬਿਟਲ ਹੈ, ਆਪਸ 'ਚ ਓਵਰਲੈਪ ਕਰਕੇ ਕੀ ਬਣਾ ਲੈਣਗੇ? F ਬੌਂਡ F। ਕਿਉਂਕਿ ਵੈਲੈਂਸ ਬੌਂਡ ਥਿਊਰੀ ਕਹਿੰਦੀ ਕੀ ਹੈ ਕਿ ਜਿਹੜੇ ਵੈਲੈਂਸ ਸ਼ੈਲ ਦੇ ਵਿੱਚ ਹਾਫ ਫਿਲਡ ਆਰਬਿਟਲਸ ਹੈ ਨਾ, ਸਿਰਫ ਉਹੀ ਓਵਰਲੈਪ ਕਰ ਸਕਦੇ ਆ। ਤਾਂ F ਨੇ ਇੱਕ ਇਹਦੇ ਕੋਲ ਆਰਬਿਟਲ ਖਾਲੀ ਹੈ, ਮਤਲਬ ਹਾਫ ਫਿਲਡ ਹੈ, ਇੱਕ ਇਹਦੇ ਕੋਲ ਹੈ, ਉਹ ਦੋਨੋਂ ਆਪਸ 'ਚ ਕੀ ਕਰ ਲੈਂਦੇ? ਓਵਰਲੈਪ। ਤੇ ਕੀ ਬਣਾ ਲੈਣਗੇ? F ਬੌਂਡ F। ਠੀਕ ਹੈ। ਅਗਲਾ ਹੈ ਬੇਟੇ ਫਾਰਮੇਸ਼ਨ ਆਫ HF ਮੋਲੀਕਿਊਲ। ਹੁਣ ਆਪਾਂ ਜੇ HF ਮੋਲੀਕਿਊਲ ਬਣਾਈਏ ਤਾਂ ਹੁਣ ਸਾਨੂੰ 2 ਐਟਮਸ ਇਹਦੇ 'ਚ ਆ ਗਈਆਂ, ਉਹਦੇ 'ਚ ਇਕੱਲਾ F ਸੀ। ਹੁਣ ਸਾਨੂੰ H ਦੀ ਕਨਫੀਗਰੇਸ਼ਨ ਵੀ ਲਿਖਾਂਗੇ ਅਸੀਂ ਤੇ F ਦੀ ਵੀ ਲਿਖਾਂਗੇ। H ਦੀ ਕੀ ਹੈ ਬੇਟੇ? ਇਲੈਕਟ੍ਰੋਨ ਕੀ ਹੈ? ਇੱਕੋ ਹੀ ਹੈ, ਨੰਬਰ 1 ਹੁੰਦਾ 1s1। ਇਸੇ ਤਰ੍ਹਾਂ ਅਸੀਂ F ਦੀ ਲਿਖਾਂਗੇ, ਆਪਾਂ ਹੁਣੇ ਲਿਖ ਕੇ ਹਟੇ F ਦੀ, ਸੇਮ ਕਨਫੀਗਰੇਸ਼ਨ ਇੱਥੇ ਆਏਗੀ। ਹੁਣ ਆਪਾਂ ਬਣਾਓ ਦੋਨੋਂ ਐਟਮਸ। ਪਹਿਲਾਂ ਇਹਦੇ ਬਣਾ ਲਓ F ਦੀ, ਕਿਉਂਕਿ ਉਹਦੇ ਬਰਾਬਰ ਹੀ ਅਸੀਂ ਦੂਸਰਾ ਬਣਾ ਦਾਂਗੇ ਆਪਾਂ। ਠੀਕ ਹੈ, ਤਾਂ ਕੀ ਆ ਗਿਆ? 1s2 2s2 ਫਿਰ 2px2 2py2 2pz1। ਸੇਮ ਜਿਹੜਾ ਆਪਾਂ ਉੱਪਰ ਹੀ ਨਹੀਂ ਸੀ ਉਹੀ ਕਨਫੀਗਰੇਸ਼ਨ ਇਹਦੀ। ਹੁਣ ਹਾਫ ਫਿਲਡ ਜਿੱਥੇ ਆਰਬਿਟਲ ਆਇਆ ਨਾ ਉਹਦੇ ਨਾਲ ਹੀ ਓਵਰਲੈਪ ਹੋਏਗਾ। ਤੇ ਹਾਈਡਰੋਜਨ ਦਾ ਆਰਬਿਟਲ ਤੁਸੀਂ ਉਹਦੇ ਉੱਪਰ ਹੀ ਬਣਾਓ, ਚਾਹੇ ਨੀਚੇ ਬਣਾ ਲਓ ਚਾਹੇ ਉੱਪਰ ਬਣਾ ਲਓ, ਜਿੱਥੇ ਮਰਜ਼ੀ ਬਣਾ ਲਓ, ਚਾਹੇ ਸਾਈਡ ਤੇ ਬਣਾ ਲਓ, ਜਿੱਧਰ ਮਰਜ਼ੀ ਬਣਾ ਸਕਦੇ ਹੋ। ਮਤਲਬ ਕਿ ਇਹੀ 2 ਆਰਬਿਟਲ ਆਪਸ 'ਚ ਓਵਰਲੈਪ ਕਰਨਗੇ। ਠੀਕ ਹੈ, ਇਹਨੂੰ ਆਪਾਂ ਦਿਖਾਤਾ ਕਿ ਆ ਓਵਰਲੈਪ, 2 ਆਰਬਿਟਲ ਓਵਰਲੈਪ ਕਰ ਰਹੇ ਹੈ। ਇਹਦੀ ਸਪਿਨ ਡਾਊਨਵਰਡਸ ਹੈ, ਉਹਦੀ ਸਪਿਨ ਅਪਵਰਡਸ ਬਣਾ ਦਿਓ। ਮਤਲਬ ਕਿ ਆਪੋਜ਼ਿਟ ਬਣਾਉਣੀ ਹੈ, ਜਿੱਧਰ ਮਰਜ਼ੀ ਬਣਾ ਲਓ। ਕਲੀਅਰ? ਓਵਰਲੈਪ ਕਰਕੇ ਇਹਨਾਂ ਨੇ ਕੀ ਬਣਾ ਲੈਣਾ ਹੈ? HF ਮੋਲੀਕਿਊਲ। ਕੀ ਬਣ ਜਾਏਗਾ ਇਹ? HF ਮੋਲੀਕਿਊਲ। ਬਹੁਤ ਈਜ਼ੀ ਹੈ ਬੇਟੇ ਬਣਾਉਣੇ, ਥੋੜੀ ਜਿਹੀ ਸਮਝ, ਬਸ ਕਨਫੀਗਰੇਸ਼ਨ ਹੋਣੀ ਚਾਹੀਦੀ ਹੈ। ਉਹ ਮੈਂ ਤੁਹਾਨੂੰ ਬਾਰ-ਬਾਰ ਕਹਿੰਦੀ ਹਾਂ ਕਿ ਕਨਫੀਗਰੇਸ਼ਨ ਯਾਦ ਰੱਖੋ। ਫਾਰਮੇਸ਼ਨ ਆਫ O2 ਮੋਲੀਕਿਊਲ। ਹੁਣ ਆਪਾਂ O2 ਦੀ ਬਣਾਉਣੀ ਹੈ।
ਜਦੋਂ O2 ਦੀ ਬਣਾਉਣੀ ਹੈ ਤਾਂ ਸਾਨੂੰ O ਦੀ ਕਨਫੀਗਰੇਸ਼ਨ ਪਤਾ ਹੋਣੀ ਚਾਹੀਦੀ ਹੈ। ਉਹਦਾ ਨੰਬਰ ਕਿੰਨਾ ਹੁੰਦਾ ਬੇਟਾ 8। ਤਾਂ ਕੀ ਆ ਗਿਆ 1s2 2s2 2px2 2py1 ਐਂਡ 2pz1 ਕਿਉਂਕਿ ਉਹਦਾ 9 ਸੀ, F ਨਾਲੋਂ 1 ਇਲੈਕਟ੍ਰੋਨ ਘੱਟ, ਤਾਂ P ਦੇ ਵਿੱਚ ਵੀ 1 ਇਲੈਕਟ੍ਰੋਨ ਹੋਏਗਾ। ਹੁਣ ਇਹਦੇ ਕੋਲ 2 ਇਲੈਕਟ੍ਰੋਨ ਹੈ, ਜਿਹੜੇ 2 ਆਰਬਿਟਲ ਹੈ ਜਿਨ੍ਹਾਂ ਕੋਲ ਸਿੰਗਲ ਇਲੈਕਟ੍ਰੋਨ ਹੈ, ਮਤਲਬ ਇਹ ਦੋਨੋਂ ਪਾਰਟਿਸਿਪੇਟ ਕਰ ਸਕਦੇ ਆ ਓਵਰਲੈਪਿੰਗ 'ਚ। ਤਾਂ ਆਪਾਂ ਇੱਕ O ਐਟਮ ਦੇ ਆਰਬਿਟਲ ਪਿਕਚਰ ਬਣਾ ਲਈ, ਸਾਰੀਆਂ ਆਰਬਿਟਲਸ ਸ਼ੋ ਕਰਤੇ S1 1s1 ਨਾ 1s2 2s2 ਐਂਡ 2px2 2py1 2pz1। ਇਸੇ ਤਰ੍ਹਾਂ ਦੂਜੀ ਆਕਸੀਜਨ ਲੈ ਲਈ, ਉਹਦੀ ਵੀ ਸੇਮ ਕਨਫੀਗਰੇਸ਼ਨ ਲਿਖਾਂਗੇ ਆਪਾਂ, ਬਸ ਸਪਿਨ ਹੈ ਜਿਹੜੀ ਉਹ ਆਪੋਜ਼ਿਟ ਬਣਾ ਦਿਓ। ਤਾਂ ਆਹ ਆਰਬਿਟਲ ਇਹਦੇ ਨਾਲ ਓਵਰਲੈਪ ਕਰ ਲੇਗਾ, ਇਹ ਆਰਬਿਟਲ ਇਹਦੇ ਨਾਲ ਓਵਰਲੈਪ ਕਰ ਲੇਗਾ, ਤਾਂ ਕੀ ਬਣ ਜਾਏਗਾ ਉਹਦੇ ਨਾਲ ਡਬਲ ਬੌਂਡ ਬਣ ਗਿਆ। ਇੱਕ ਬੌਂਡ ਇਹ 2 ਆਰਬਿਟਲਸ ਨੇ ਬਣਾ ਲਿਆ, ਇੱਕ ਬੌਂਡ ਇਹ 2 ਆਰਬਿਟਲਸ ਨੇ ਬਣਾ ਲਿਆ। 2 ਆਰਬਿਟਲ ਇੱਕ ਦੂਜੇ ਦੇ ਨਾਲ ਓਵਰਲੈਪ ਕਰ ਰਹੇ ਹੈ, ਤਾਂ ਬੌਂਡ ਕਿੰਨੇ ਬਣਨਗੇ 2, ਕਿਉਂਕਿ ਇੱਕ ਜਦੋਂ 2 ਆਰਬਿਟਲਸ ਓਵਰਲੈਪ ਕਰਦੇ ਆ ਤਾਂ ਇੱਕ ਬੌਂਡ ਬਣਦਾ ਹੈ। ਤਾਂ ਜਦੋਂ ਆਹ 2 ਆਰਬਿਟਲਸ ਨੇ ਇੱਕ ਬੌਂਡ ਬਣਾ ਲਿਆ, ਇਹ 2 ਆਰਬਿਟਲਸ ਨੇ ਬੇਟੇ ਦੂਜਾ ਬੌਂਡ ਬਣਾ ਲਿਆ, ਤਾਂ ਬੌਂਡ ਕਿੰਨੇ ਬਣ ਗਏ 2। ਤਾਂ ਇਹ ਕੀ ਬਣ ਗਿਆ O ਡਬਲ ਬੌਂਡ। ਹੁਣ ਆਪਾਂ ਇਸੇ ਤਰ੍ਹਾਂ ਬੇਟੇ ਨਾਈਟ੍ਰੋਜਨ ਦਾ ਮੋਲੀਕਿਊਲ ਕਰਦੇ ਹਾਂ। ਨਾਈਟ੍ਰੋਜਨ ਦੇ ਮੋਲੀਕਿਊਲ ਦੇ ਵਿੱਚ ਕੀ ਹੈ ਬੇਟਾ, ਨਾਈਟ੍ਰੋਜਨ ਦੀ ਕਨਫੀਗਰੇਸ਼ਨ ਲਿਖੋ 1s2 2s2 2px1 2py1 ਐਂਡ 2pz1 ਕਿਉਂਕਿ ਨੰਬਰ 7 ਹੈ, 7 ਇਲੈਕਟ੍ਰੋਨ ਫਿਲ ਕਰ ਦਿਓ 1 2 3 4 5 6 7। ਹੁਣ ਆਪਾਂ ਨਾਈਟ੍ਰੋਜਨ ਦੀ ਇੱਕ ਐਟਮ ਦੇ ਆਰਬਿਟਲਸ ਸ਼ੋ ਕਰ ਦਿਓ ਉੱਪਰ, 1 ਇਹ ਆ ਗਿਆ 1s, ਠੀਕ ਹੈ, ਤੇ ਇਹ ਕੀ ਹੈ 1s, ਇਹ ਕੀ ਹੈ 2s, ਤੇ ਇਹ ਕੀ ਹੈ 2p, ਸਾਰੇ ਆਰਬਿਟਲ 2p ਦੇ। ਇਸੇ ਤਰ੍ਹਾਂ ਇਹਦੇ ਵੀ ਹੈ ਬੇਟੇ, ਇਹ 1s ਹੈ, ਇਹ 2s ਹੈ, ਤੇ ਇਹ ਕਿਹਦੇ ਆਰਬਿਟਲ ਹੈ 2p ਦੇ। ਹੁਣ ਇਹਦੇ ਕੋਲੇ ਤਿੰਨੋਂ ਆਰਬਿਟਲ ਹੈ ਜਿਹੜੇ ਉਹ ਕੀ ਹੈ ਬੇਟੇ ਹਾਫ ਫਿਲਡ ਹੈ, ਤਾਂ ਇਹਦੀ ਕੰਡੀਸ਼ਨ ਕੀ ਹੈ ਹਾਫ ਫਿਲਡ ਸਾਰੇ ਪਾਰਟਿਸਿਪੇਟ ਕਰ ਸਕਦੇ ਆ। ਤਾਂ ਹੁਣ ਕੀ ਹੈ ਇਹਨਾਂ ਨੂੰ 3 ਇਲੈਕਟ੍ਰੋਨ ਦੀ ਲੋੜ ਹੈ, ਤੇ ਕੀ ਕਰਨਗੇ ਤਿੰਨੋਂ ਆਰਬਿਟਲਸ ਦੂਜੀ ਐਟਮ ਦੇ ਤਿੰਨੋਂ ਆਰਬਿਟਲਸ ਦੇ ਨਾਲ ਓਵਰਲੈਪ ਕਰ ਲੈਣਗੇ। ਇਹ ਇੱਕ ਐਟਮ ਦੇ ਆਰਬਿਟਲ ਹੈ, ਨੀਚੇ ਵਾਲੇ ਦੂਜੀ ਆਰਬਿਟਲ ਜਿਹੜੀ ਦੂਜੀ ਐਟਮ ਦੇ ਆਰਬਿਟਲਸ ਹੈ, ਇਹਨਾਂ ਦੀ ਸਪਿਨ ਆਪੋਜ਼ਿਟ ਦਿਖਾ ਦਿਓ। ਤਾਂ ਇਹ ਆਰਬਿਟਲ ਇਹਦੇ ਨਾਲ, ਇਹ ਆਰਬਿਟਲ ਇਹਦੇ ਨਾਲ, ਇਹ ਆਰਬਿਟਲ ਇਹਦੇ ਨਾਲ, ਕਿੰਨੇ ਬੌਂਡ ਬਣ ਗਏ 3 ਬੌਂਡ, ਕਿਉਂਕਿ 3 ਆਰਬਿਟਲ ਓਵਰਲੈਪ ਕਰ ਰਹੇ ਹੈ ਦੂਜੀ ਐਟਮ ਦੇ 3 ਆਰਬਿਟਲਸ ਦੇ ਨਾਲ। ਤਾਂ ਕੀ ਬਣੇਗਾ N ट्रिपल बॉन्ड N, ठीक है, ये बन गया N2 मॉलिक्यूल। ਹੁਣ ਜੇ ਆਪਾਂ ਬਣਾਈਏ ਬੇਟੇ ਫਾਰਮੇਸ਼ਨ, ਇਹ ਤਾਂ ਆਪਾਂ ਸੇਮ ਐਟਮਸ ਲਈਆਂ ਸੀ, ਪਰ ਉੱਪਰ ਆਪਾਂ ਜਿਹੜਾ HF ਮੋਲੀਕਿਊਲ ਲਿਆ ਸੀ ਉਹਦੇ ਵਿੱਚ ਆਪਾਂ ਡਿਫਰੈਂਟ ਐਟਮਸ ਵੀ ਲਈਆਂ ਸੀ। ਹੁਣ ਆਪਾਂ H2O ਮੋਲੀਕਿਊਲ ਬਣਾਉਣੇ ਆ ਜਿਹਦੇ ਵਿੱਚ 2 ਐਟਮ 2 ਆਰਬਿਟਲਸ ਵਾਲਾ, ਪਹਿਲਾਂ HF 'ਚ ਤਾਂ ਇੱਕ ਸੀ ਨਾ ਦੋਨਾਂ ਕੋਲ, ਹੁਣ ਕੀ ਆਪਾਂ 2 ਆਰਬਿਟਲ ਵਾਲਾ ਵੀ ਲੈਂਦੇ ਆ, ਤਾਂ H2O। ਹੁਣ ਇਹਦੇ ਵਿੱਚ H ਦੀ ਵੀ ਕਨਫੀਗਰੇਸ਼ਨ ਚਾਹੀਦੀ ਹੈ, O ਦੀ ਕਨਫੀਗਰੇਸ਼ਨ ਵੀ ਚਾਹੀਦੀ ਹੈ ਸਾਨੂੰ, ਠੀਕ ਹੈ। O ਦੀ ਕਨਫੀਗਰੇਸ਼ਨ ਆਪਾਂ ਹੁਣੇ ਲਿਖ ਕੇ ਹਟੇ ਆ 1s2 2s2 2px2 ਆਵੇਗਾ ਬੇਟੇ 2px2, 8 ਨੰਬਰ ਹੈ ਨਾ, 2 4 5 6 7 ਬਣਨੇ ਸੀ ਨਾ, 2px2 2py1 ਐਂਡ 2pz1। ਇਸੇ ਤਰ੍ਹਾਂ ਆਪਾਂ ਕਨਫੀਗਰੇਸ਼ਨ H ਦੀ ਲਿਖ ਲਓ, ਨੰਬਰ ਕਿੰਨਾ ਹੁੰਦਾ 1, ਤਾਂ ਕੀ ਆਏਗਾ 1s1, S 'ਚ ਇੱਕੋ ਇਲੈਕਟ੍ਰੋਨ, ਦੋਨਾਂ ਦੀ ਅਸੀਂ ਕਨਫੀਗਰੇਸ਼ਨ ਲਿਖ ਲਈ। ਸਭ ਤੋਂ ਪਹਿਲਾਂ ਕਨਫੀਗਰੇਸ਼ਨ ਲਿਖੋ, ਫਿਰ ਕਨਫਿਊਜ਼ਨ ਨਹੀਂ ਰਹੇਗੀ ਬਿਲਕੁਲ ਵੀ। ਹੁਣ ਉਹਨਾਂ ਦੇ ਆਰਬਿਟਲ ਬਣਾ ਦਿਓ, ਤਾਂ ਆਪਾਂ ਪਹਿਲਾਂ O ਦਾ ਆਰਬਿਟਲ ਬਣਾ ਲਓ, ਉਹਦੇ ਕਿਉਂਕਿ ਕਨਫੀਗਰੇਸ਼ਨ ਇਹਦੀ ਜ਼ਿਆਦਾ ਹੈ, ਉਹਦੀ ਤਾਂ ਛੋਟੀ ਜਿਹੀ ਹੈ, ਜਿੱਥੇ ਖਾਲੀ ਹੋਏਗਾ ਆਰਬਿਟਲ ਸਿੰਗਲ ਹੋਏਗਾ, ਸਿੰਗਲ ਇਲੈਕਟ੍ਰੋਨ ਵਾਲਾ, ਉਹਦੇ ਕੋਲ ਅਸੀਂ H ਦਾ ਆਰਬਿਟਲ ਬਣਾ ਦਾਂਗੇ। ਤਾਂ ਪਹਿਲਾਂ ਤੁਸੀਂ O ਦੇ ਆਰਬਿਟਲਸ ਬਣਾ ਲਓ ਸਾਰੇ, 1s2 2s2 2px2 2py1 2pz1, 3 ਆਰਬਿਟਲ P ਦੇ ਬਣਾ ਲਏ। ਹੁਣ ਇਹਦੇ ਆਰਬਿਟਲ 2 ਸਿੰਗਲ ਹੈ, ਇਹ ਦੋਨੋਂ ਸਿੰਗਲ ਆਰਬਿਟਲ ਕੀ ਹੈ ਪੇਅਰ ਅਪ ਹੋਣਗੇ, ਕਿਹਦੇ ਨਾਲ ਹੋਣਗੇ, ਇੱਕ ਆਰਬਿਟਲ ਇੱਕ H ਨਾਲ ਪੇਅਰ ਅਪ ਹੋ ਜਾਏਗਾ, ਦੂਜਾ ਆਰਬਿਟਲ ਦੂਜੇ H ਨਾਲ ਪੇਅਰ ਅਪ ਹੋ ਜਾਏਗਾ, ਠੀਕ ਹੈ। ਇਹਨੂੰ ਆਪਾਂ ਡਾਟ ਲਗਾ ਕੇ ਕੀ ਹੈ ਪੇਅਰਿੰਗ ਦਿਖਾਤੀ ਕਿ ਇਹ ਆਰਬਿਟਲ ਇਹਦੇ ਨਾਲ ਓਵਰਲੈਪ ਕਰ ਰਿਹਾ ਹੈ, ਇਹ ਆਰਬਿਟਲ ਇਹਦੇ ਨਾਲ ਓਵਰਲੈਪ ਕਰ ਰਿਹਾ ਹੈ, ਠੀਕ ਹੈ। ਇਹ ਇੱਕ H ਦਾ ਜਿਹੜਾ ਆਰਬਿਟਲ ਆ ਗਿਆ, ਇਹ ਦੂਜੇ H ਦਾ ਆਰਬਿਟਲ ਆ ਗਿਆ, ਤਾਂ ਕੀ ਬਣ ਗਿਆ O ਦੇ ਨਾਲ ਇੱਕ O ਨਾਲ ਦੋਨੋਂ H ਨੇ ਬੌਂਡ ਬਣਾ ਲਏ, ਕਿਉਂਕਿ O ਕੋਲ ਕਿੰਨੇ ਆਰਬਿਟਲ ਸੀ ਬੇਟੇ ਹਾਫ ਫਿਲਡ 2, ਤਾਂ ਦੋਨਾਂ ਨਾਲ H ਨੇ ਜਿਹੜਾ ਬੌਂਡ ਬਣਾ ਲਿਆ, ਤਾਂ ਕੀ ਬਣ ਗਿਆ HO ਤੇ HO,
ਦੋਨੋਂ H ਨੇ O ਦੇ ਨਾਲ ਬੌਂਡ ਬਣਾ ਲਿਆ। ਤੁਸੀਂ ਇਹਨੂੰ ਜਿਵੇਂ ਮਰਜ਼ੀ ਲਿਖ ਸਕਦੇ ਹੋ। ਇਹ ਹਲੇ ਆਪਾਂ ਨੂੰ ਪਤਾ ਨਹੀਂ ਜਿਓਮੈਟਰੀ ਕੀ ਹੈ, ਆਪ ਤੁਸੀਂ ਇਹਨੂੰ ਸਿੱਧਾ ਵੀ ਲਿਖ ਸਕਦੇ ਹੋ, ਜਿੱਧਰ ਮਰਜ਼ੀ ਬਣਾ ਦਿਓ, ਕੋਈ ਫਰਕ ਨਹੀਂ ਪੈਂਦਾ। ਇਹ ਕੀ ਜਿਓਮੈਟਰੀ ਹੈ, ਇਹ ਕਿਉਂ ਅਸੀਂ ਐਂ ਲਿਖਦੇ ਹਾਂ, ਇਹ ਤੁਹਾਨੂੰ ਅਗਲਾ ਟੌਪਿਕ ਆਏਗਾ, ਉਹ ਤੁਹਾਨੂੰ ਇਸੇ ਥਿਊਰੀ ਵਾਸਤੇ ਕਲੀਅਰ ਕਰੇਗਾ ਕਿ ਇਹਦੀ ਨੇਚਰ ਹੈ ਜਿਹੜੀ ਸ਼ੇਪ ਹੈ ਉਹ ਕਿਹੋ ਜਿਹੀ ਹੋਏਗੀ। ਇਹ ਇੱਥੇ ਸਾਨੂੰ ਕੁਝ ਨਹੀਂ ਪਤਾ ਲੱਗਦਾ ਕਿ ਸ਼ੇਪ ਕਿਹੜੀ ਹੈ, ਜਿੱਧਰ ਮਰਜ਼ੀ ਲਿਖ ਦਿਓ ਤੁਸੀਂ, ਕੋਈ ਫਰਕ ਨਹੀਂ ਪੈਂਦਾ। ਕਲੀਅਰ। ਅਗਲਾ ਬੇਟੇ ਫਾਰਮੇਸ਼ਨ ਆਫ ਅਮੋਨੀਆ, NH3 ਦੀ ਫਾਰਮੇਸ਼ਨ ਜੇ ਆਪਾਂ ਕਰੀਏ। ਹੁਣ NH3 ਦੀ ਫਾਰਮੇਸ਼ਨ ਕਿਵੇਂ ਹੋਏਗੀ? ਹੁਣ N ਦੇ ਨਾਲ H3 ਲੱਗੇ ਹੋਏ ਆ, ਤਾਂ ਆਪਾਂ ਕਨਫੀਗਰੇਸ਼ਨ N ਦੀ ਵੀ ਲਿਖਾਂਗੇ, H ਦੀ ਵੀ ਲਿਖਾਂਗੇ। N ਦੀ ਲਿਖਾਂਗੇ 1s2 2s2 2px1 2py1 and 2pz1। ਹਾਈਡਰੋਜਨ ਦੀ ਕੀ ਹੈ? 1s1 ਹੈ, ਇਹ ਪਤਾ ਹੀ ਹੈ। ਪਹਿਲਾਂ ਇਸੇ ਤਰ੍ਹਾਂ ਨਾਈਟ੍ਰੋਜਨ ਦੀ ਬਣਾ ਲਓ, ਕੱਲੀ ਨਾਈਟ੍ਰੋਜਨ ਦੀ 1s2 2s2 2px1 2py1 and 2pz1 ਨਾਈਟ੍ਰੋਜਨ ਦੀ ਬਣਾ ਲਈ। ਹੁਣ ਸਾਡੇ ਕੋਲੇ 3 ਆਰਬਿਟਲ ਹੈ ਜਿਹੜੇ ਉਹ ਹਾਫ ਫਿਲਡ ਹੈ। ਇਹਦਾ ਮਤਲਬ ਤਿੰਨੇ ਆਰਬਿਟਲ ਓਵਰਲੈਪ ਕਰ ਸਕਦੇ ਆ। ਤਾਂ ਸਾਡੇ ਕੋਲੇ ਹਾਈਡਰੋਜਨ ਕਿੰਨੀ ਹੈ? 3 ਹੈ। ਹਰੇਕ ਆਰਬਿਟਲ ਨਾਈਟ੍ਰੋਜਨ ਦਾ ਹਾਫ ਫਿਲਡ ਉਹ ਇੱਕ ਹਾਈਡਰੋਜਨ ਨਾਲ ਓਵਰਲੈਪ ਕਰੇਗਾ। ਇੱਕ ਆਰਬਿਟਲ ਇੱਕ ਹਾਈਡਰੋਜਨ ਨਾਲ, ਦੂਜਾ ਆਰਬਿਟਲ ਦੂਜੀ ਹਾਈਡਰੋਜਨ ਨਾਲ, ਤੀਜਾ ਆਰਬਿਟਲ ਤੀਜੀ ਹਾਈਡਰੋਜਨ ਨਾਲ। ਇਹਦੇ ਤਿੰਨੋਂ ਆਰਬਿਟਲ ਇਹ ਅਲੱਗ-ਅਲੱਗ ਐਟਮ ਦੇ ਆਰਬਿਟਲਸ। ਤਾਂ ਤਿੰਨੋਂ H ਨੇ ਮਿਲ ਕੇ ਕੀ ਹੈ? ਤਿੰਨੋਂ H ਨੇ ਨਾਈਟ੍ਰੋਜਨ ਦੇ ਇੱਕ ਹਾਫ ਫਿਲਡ ਆਰਬਿਟਲ ਨਾਲ ਓਵਰਲੈਪ ਕਰ ਲਿਆ। ਤਾਂ ਕੀ ਬਣ ਗਿਆ? NH3। ਮਤਲਬ ਕਿ N ਤੇ H ਦਾ ਸਿੰਗਲ ਬੌਂਡ ਕਿੰਨੇ ਬਣ ਗਏ? 3। ਇੱਕ H ਨੇ ਨਾਈਟ੍ਰੋਜਨ ਨਾਲ ਸਿੰਗਲ ਬੌਂਡ ਬਣਾਇਆ, ਦੂਜੀ H ਨੇ ਸਿੰਗਲ ਬੌਂਡ ਬਣਾਇਆ, ਤੀਜੀ H ਨੇ ਸਿੰਗਲ ਬੌਂਡ ਬਣਾਇਆ। ਤਾਂ ਇਹਨਾਂ ਨੂੰ ਵੀ ਤੁਸੀਂ ਜਿਸ ਪਾਸੇ ਮਰਜ਼ੀ ਲਿਖ ਸਕਦੇ ਹੋ। ਠੀਕ ਹੈ। ਇਹ ਸੀ ਬੇਟੇ ਤੁਹਾਡੇ ਕੋਲੇ ਅਲੱਗ-ਅਲੱਗ ਮੋਲੀਕਿਊਲਸ ਦੀ ਫਾਰਮੇਸ਼ਨ ਅਕੋਰਡਿੰਗ ਟੂ ਆਰਬਿਟਲ ਕਨਸੈਪਟ। ਆਰਬਿਟਲ ਕਨਸੈਪਟ ਦੇ ਅਕੋਰਡਿੰਗ ਤੁਹਾਨੂੰ ਇਹ ਆ ਸਕਦਾ ਹੁੰਦਾ ਬੇਟੇ ਕੁਐਸਚਨ ਦੇ ਵਿੱਚ ਕਿ ਤੁਸੀਂ ਆਰਬਿਟਲ ਕਨਸੈਪਟ ਦੇ ਅਕੋਰਡਿੰਗ ਸ਼ੇਪ ਮਤਲਬ ਮੋਲੀਕਿਊਲ ਬਣਾ ਕੇ ਦਿਖਾਓ, ਤਾਂ ਤੁਸੀਂ ਇਦਾਂ ਬਣਾਓਗੇ ਹਾਫ ਫਿਲਡ ਆਰਬਿਟਲ ਲੈ ਕੇ। ਜੇ ਤੁਹਾਨੂੰ VSEPR ਦੀ ਥਿਊਰੀ ਦੇ ਅਕੋਰਡਿੰਗ ਆਉਂਦਾ, ਉਹ ਤੁਹਾਨੂੰ ਕੈਲਕੂਲੇਟ ਫਾਰਮੂਲਾ ਦੱਸ ਕੇ ਤੁਹਾਨੂੰ ਦੱਸਿਆ ਸੀ ਕਿਵੇਂ ਕੈਲਕੂਲੇਟ ਕਰੋਗੇ, ਉਵੇਂ ਕੈਲਕੂਲੇਟ ਕਰਕੇ ਫਿਰ ਤੁਸੀਂ ਸ਼ੇਪ ਬਣਾ ਸਕਦੇ ਹੋ ਮੋਲੀਕਿਊਲਸ ਦੀ। ਠੀਕ ਹੈ। ਜੇ ਆ ਗਿਆ ਅਮੋਨੀਆ ਦੀ, ਤੁਸੀਂ ਆਰਬਿਟਲ ਕਨਸੈਪਟ ਦੇ ਅਕੋਰਡਿੰਗ ਬਣਾਓ ਤਾਂ ਤੁਸੀਂ ਆਹ ਬਣਾਓਗੇ। ਜੇ ਤੁਹਾਨੂੰ ਕਹਤਾ VSEPR ਥਿਊਰੀ ਦੇ ਅਕੋਰਡਿੰਗ ਅਮੋਨੀਆ ਦੀ ਸ਼ੇਪ ਦੱਸੋ ਕੀ ਹੋਏਗੀ, ਉਹ ਕਿਵੇਂ ਕੱਢੋਗੇ, ਉਹ ਤੁਹਾਨੂੰ ਆਪਾਂ ਫਾਰਮੂਲਾ ਦੱਸਿਆ ਸੀ। ਕੀ ਕਰੋਗੇ? ਇਹਦੇ ਵੈਲੈਂਸ ਸ਼ੈਲ ਦੇ ਇਲੈਕਟ੍ਰੋਨ ਲੈ ਲਓਗੇ, ਕਿੰਨੀਆਂ ਐਟਮਸ ਨਾਲ ਬੌਂਡ ਹੈ ਉਹ ਲੈ ਲਓਗੇ, ਉਹਦਾ ਹਾਫ ਕਰ ਦੋਗੇ, ਉਹ ਤੁਹਾਡੇ ਕੋਲੇ ਟੋਟਲ ਪੇਅਰ ਆਫ ਇਲੈਕਟ੍ਰੋਨ ਆ ਜਾਣਗੇ। ਠੀਕ ਹੈ। ਉਹ 'ਚੋਂ ਬੌਂਡ ਪੇਅਰ ਘਟਾ ਦੋਗੇ ਤਾਂ ਕੀ ਬਚ ਜਾਏਗਾ? ਲੋਨ ਪੇਅਰ ਵਾਲੇ। ਉਹਦੇ ਅਕੋਰਡਿੰਗ ਤੁਸੀਂ ਸ਼ੇਪ ਬਣਾ ਲਓਗੇ। ਮਤਲਬ ਧਿਆਨ ਕਰਨਾ ਹੈ ਕਿ ਤੁਹਾਨੂੰ VSEPR ਦੀ ਥਿਊਰੀ ਦੇ ਅਕੋਰਡਿੰਗ ਪੁੱਛਿਆ ਗਿਆ ਜਾਂ ਆਰਬਿਟਲ ਕਨਸੈਪਟ ਦੇ ਅਕੋਰਡਿੰਗ ਪੁੱਛਿਆ ਗਿਆ, ਤਾਂ ਉਹਦੇ ਅਕੋਰਡਿੰਗ ਹੀ ਤੁਸੀਂ ਇਹਨਾਂ ਦੀ ਸ਼ੇਪ ਜਾਂ ਜਿਓਮੈਟਰੀ ਬਣਾਓਗੇ। ਠੀਕ ਹੈ। ਹੁਣ ਆਪਾਂ ਬੇਟੇ ਇਹ ਓਵਰਲੈਪ ਕਰਕੇ ਕਿਹੋ ਜਿਹੇ ਬੌਂਡ ਬਣਾਉਂਦੇ ਹੈ, ਇਹ ਆਪਾਂ ਕੱਲ੍ਹ ਨੂੰ ਡਿਸਕਸ ਕਰਾਂਗੇ। ਠੀਕ ਹੈ। ਅਗਲੇ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ।